ਜਦੋਂ ਅਸੀਂ ਗੁਰ ਦੇ ਗਿਆਨ ਨੂੰ ਨਿਸ਼ਚਾ ਦੇ ਨਾਲ ਆਪਣੀ ਜ਼ਿੰਦਗੀ 'ਚ ਕਮਾਉਂਦੇ ਆ ਤਾਂ ਬੜੇ ਵੱਡੇ ਭਰਮ ਸਾਡੀ ਜ਼ਿੰਦਗੀ ਦੇ ਵਿੱਚੋਂ ਫਿਰ ਦੂਰ ਹੋ ਜਾਂਦੇ ਆ। ਜਿਉਂ-ਜਿਉਂ ਅਸੀਂ ਸੱਚ ਦੇ ਦਰਸ਼ਨ ਕਰਦੇ ਆ, ਹੌਲੀ-ਹੌਲੀ ਸਾਡੀ ਜ਼ਿੰਦਗੀ ਦਾ ਸਾਰਾ ਭਰਮ ਜਿਹੜਾ ਉਹ ਖਤਮ ਹੋ ਜਾਂਦਾ ਹੈ। ਜਿਹਨੂੰ ਅਸੀਂ ਆਪਣਾ ਸਮਝਦੇ ਸੀ, ਜਿਹੜਾ ਹੈ ਨਹੀਂ ਸੀ ਅਸਲ ਦੇ ਵਿੱਚ ਆਪਣਾ, ਫਿਰ ਸਾਨੂੰ ਸੋਝੀ ਆ ਜਾਂਦੀ ਹੈ ਕਿ ਕੀ ਸਾਡਾ ਆਪਣਾ ਹੈ ਤੇ ਕੀ ਸਾਡਾ ਬੇਗਾਨਾ ਹੈ। ਜਿਹਨੂੰ ਕਦੇ ਅਸੀਂ ਆਪਣਾ ਸਮਝਦੇ ਸੀ, ਫਿਰ ਸਾਨੂੰ ਪਤਾ ਲੱਗ ਜਾਂਦਾ ਹੈ ਉਹ ਸਾਡਾ ਆਪਣਾ ਨਹੀਂ ਹੈ, ਤੇ ਜਿਹੜਾ ਅਸਲ ਦੇ ਵਿੱਚ ਸਾਡਾ ਆਪਣਾ ਹੈ ਸਾਨੂੰ ਫਿਰ ਉਹਦੀ ਸੋਝੀ ਹੋ ਜਾਂਦੀ ਹੈ। ਹੌਲੀ ਹੌਲੀ ਅਸੀਂ ਪਰਪੱਕ ਕਰ ਲੈਂਦੇ ਹਾਂ ਕੀ ਸਾਡਾ ਆਪਣਾ ਹੈ ਤੇ ਕੀ ਬੇਗਾਨਾ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਨੇ ਦੱਸਿਆ ਹੈ ਕਿ ਸਾਡਾ ਆਪਣਾ ਘਰ ਕਿਹੜਾ ਹੈ ਅਸਲ ਦੇ ਵਿੱਚ। ਹੁਣ ਸਹਿਜ ਸੁਭਾਅ ਗੱਲ ਹੈ ਕਿ ਅਸੀਂ ਕਵਾਂਗੇ ਸਾਡਾ ਘਰ ਉਹੀ ਹੈ ਜਿਹੜਾ ਅਸੀਂ ਬਣਾਇਆ, ਦਿਨ ਰਾਤ ਮਿਹਨਤ ਕਰਕੇ ਜਿਹੜਾ ਅਸੀਂ ਘਰ ਬਣਾਇਆ ਉਹੀ ਸਾਡਾ ਆਪਣਾ ਘਰ ਹੈ। ਪਰ ਪਾਤਸ਼ਾਹ ਦੀ ਬਾਣੀ ਤੇ ਕਹਿੰਦੀ ਹੈ ਜਿਹੜਾ ਘਰ ਤੇਰਾ ਆਪਣਾ ਹੈ ਤੈਨੂੰ ਉਹਦਾ ਚੇਤਾ ਹੀ ਨਹੀਂ ਹੈ। ਹੁਣ ਬੜੀ ਸੁਭਾਵਿਕ ਜੀ ਗੱਲ ਹੈ ਕਿ ਜਿਹੜਾ ਘਰ ਅਸੀਂ ਬਣਾਇਆ, ਜੇ ਗੁਰਬਾਣੀ ਨੇ ਉਹਨੂੰ ਬੇਗਾਨਾ ਕਹਿ ਦਿੱਤਾ ਤੇ ਫਿਰ ਸੱਚੀ ਗੱਲ ਹੈ ਕਿ ਜਿਹੜਾ ਸਾਡਾ ਆਪਣਾ ਘਰ ਹੈ ਉਹਦੇ ਬਾਰੇ ਤੇ ਅਸੀਂ ਕਦੇ ਸੋਚਿਆ ਹੀ ਨਹੀਂ। ਕਿਹੜਾ ਉਹ ਘਰ ਹੈ ਸਾਡਾ ਆਪਣਾ, ਤੇ ਕਿਉਂ ਬਾਣੀ ਕਹਿ ਰਹੀ ਹੈ ਕਿ ਇਹ ਬੇਗਾਨਾ ਘਰ ਹੈ। ਪਹਿਲਾਂ ਅਸੀਂ ਗੁਰਬਾਣੀ ਦੀ ਪੰਕਤੀ ਨੂੰ ਦੇਖ ਲਈ ਜਿੱਥੇ ਪਾਤਸ਼ਾਹ ਕਹਿ ਰਹੇ ਆ ਜਿਹੜਾ ਤੇਰਾ ਅਸਲ ਘਰ ਹੈ, ਜਿੱਥੇ ਜਾਣਾ ਬਹਿਣਾ ਤੂੰ ਵਰਤਣਾ ਹੈ, ਉਸ ਘਰ ਦਾ ਤੈਨੂੰ ਚੇਤਾ ਹੀ ਨਹੀਂ ਹੈ। ਪਾਤਸ਼ਾਹ ਕਹਿੰਦੇ ਆ ਜੇ ਘਰ ਮੇ ਤੁਧ ਰਹਿਣਾ ਬਸਣਾ ਸੋ ਘਰ ਚੀਤ ਨਾ ਆਇਓ। ਜਿਸ ਘਰ ਵਿੱਚ ਜਾ ਕੇ ਤੂੰ ਰਹਿਣਾ ਏ ਵਸਣਾ ਏ ਉਹ ਘਰ ਤੈਨੂੰ ਚੇਤੇ ਵਿੱਚ ਹੀ ਨਹੀਂ ਆ ਰਿਹਾ। ਪਾਤਸ਼ਾਹ ਕਹਿੰਦੇ ਆ ਜੋ ਘਰ ਛੱਡ ਗਵਾਵਣਾ ਸੋ ਲਗਾ ਮਨ ਮਾਹੇ, ਜਿੱਥੈ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੀਂ। ਕਹਿੰਦੇ ਜਿਹੜਾ ਘਰ ਤੂੰ ਛੱਡ ਕੇ ਚਲਾ ਜਾਣਾ ਹੈ ਉਹ ਘਰ ਤੇਰੇ ਮਨ ਵਿੱਚ ਵਸਿਆ ਹੋਇਆ ਹੈ, ਤੇ ਪਾਤਸ਼ਾਹ ਕਹਿੰਦੇ ਜਿੱਥੇ ਜਾ ਕੇ ਤੂੰ ਵਰਤਣਾ ਹੈ ਉਹਦਾ ਤੈਨੂੰ ਬਿਲਕੁਲ ਵੀ ਫਿਕਰ ਨਹੀਂ ਹੈ। ਹੁਣ ਅਸੀਂ ਇਸ ਗੱਲ ਨੂੰ ਤੇ ਸਮਝ ਲਿਆ ਬਾਣੀ ਦੇ ਵਿੱਚੋਂ ਕਿ ਇਹ ਘਰ ਸਾਡਾ ਅਸਲ ਘਰ ਨਹੀਂ ਹੈ। ਸਾਡਾ ਅਸਲ ਘਰ ਕੋਈ ਹੋਰ ਹੈ ਤੇ ਉਹਦਾ ਸਾਨੂੰ ਚੇਤਾ ਨਹੀਂ ਹੈ, ਉਹ ਸਾਡੇ ਚੇਤੇ ਵਿੱਚ ਨਹੀਂ ਹੈ। ਪਰ ਅਸੀਂ ਇਸ ਗੱਲ ਨੂੰ ਸਮਝੀਏ ਕਿ ਫਿਰ ਅਸੀਂ ਇਸ ਘਰ ਦੇ ਵਿੱਚ ਵੀ ਰਹਿ ਰਹੇ ਹਾਂ, ਤੇ ਪਾਤਸ਼ਾਹ ਕਹਿੰਦੇ ਤੂੰ ਵਰਤਣਾ ਉੱਥੇ ਹੈ। ਜਿਹੜਾ ਜੀਵ ਇਸ ਗੱਲ ਨੂੰ ਸਮਝਣ ਦੀ ਸਮਰੱਥਾ ਰੱਖਦਾ, ਜਿਹੜੇ ਜੀਵ ਪ੍ਰੈਕਟੀਕਲ ਕਰਦੇ ਆ, ਉਹ ਇਸ ਗੱਲ ਨੂੰ ਸਮਝ ਲੈਂਦੇ ਆ ਕਿ ਬਾਣੀ ਮਨ ਦੀ ਗੱਲ ਕਰ ਰਹੀ ਹੈ, ਸਰੀਰ ਦੀ ਗੱਲ ਨਹੀਂ ਕਰ ਰਹੀ। ਇਹ ਸਰੀਰ ਜਿਹੜਾ ਹੈ ਇਹ ਸਾਨੂੰ ਇੱਕ ਬੇਗਾਨਾ ਕੱਪੜਾ ਮਿਲਿਆ, ਜੋ ਇਹ ਦਿਖ ਰਿਹਾ ਹੈ ਨਾ ਸਾਡਾ ਸਰੀਰ ਅਸਥੂਲ ਜਿਹਨੂੰ ਅਸੀਂ ਕਹਿੰਦੇ ਆ, ਇੱਕ ਸੂਖਮ ਹੈ ਇੱਕ ਅਸਥੂਲ ਹੈ। ਇਹ ਅਸਥੂਲ ਜੋ ਦਿਖ ਰਿਹਾ ਹੈ ਇਹ ਇੱਕ ਬੇਗਾਨਾ ਕੱਪੜਾ ਹੈ, ਇਹ ਇੱਕ ਝੂਠੀ ਨਗਰੀ ਹੈ ਜਿਹਦੇ ਵਿੱਚ ਸਾਡਾ ਮਨ ਰਾਜਾ ਆ ਕੇ ਰਾਜ ਕਰਦਾ ਹੈ। ਉਹ ਸਾਰੀ ਖੇਡ ਮਨ ਦੀ ਹੈ, ਮਨ ਇਹ ਸਰੀਰ ਨੂੰ ਚਲਾਉਂਦਾ ਹੈ, ਮਨ ਇਸ ਸਰੀਰ ਦਾ ਡਰਾਈਵਰ ਹੈ। ਪਰ ਪਾਤਸ਼ਾਹ ਕਹਿੰਦੇ ਆ ਤੂੰ ਇਹ ਬੇਗਾਨੇ ਸਰੀਰ ਵਾਸਤੇ ਤੇ ਘਰ ਬਣਾ ਲਿਆ ਤੇ ਮਨ ਦੇ ਘਰ ਦਾ ਤੈਨੂੰ ਫਿਕਰ ਨਹੀਂ ਹੈ। ਹੁਣ ਕਹਿਣ ਤੋਂ ਭਾਵ ਇਹ ਹੈ ਕਿ ਸਰੀਰ ਜਿਹੜਾ ਹੈ ਉਹ ਇਸ ਘਰ ਦੇ ਵਿੱਚ ਰਹਿੰਦਾ ਹੈ, ਤੇ ਤੁਸੀਂ ਦੇਖਿਓ ਕਦੇ ਇਸ ਗੱਲ ਨੂੰ ਵਿਚਾਰੋ ਕਿ ਕੀ ਸਾਡਾ ਮਨ ਵੀ ਇਸ ਘਰ ਦੇ ਵਿੱਚ ਰਹਿੰਦਾ? ਉਹ ਤਾਂ ਰਹਿੰਦਾ ਹੀ ਨਹੀਂ ਇੱਥੇ। ਇੱਥੇ ਤਾਂ ਸਰੀਰ ਰਹਿੰਦਾ ਹੈ, ਉੱਠਦਾ ਪੈਂਦਾ ਸੌਂਦਾ ਨਹਾਉਂਦਾ ਹੈ, ਮਨ ਥੋੜੀ ਰਹਿੰਦਾ ਇਸ ਘਰ ਦੇ ਵਿੱਚ। ਹੁਣ ਜਿਸ ਤਰੀਕੇ ਦੇ ਨਾਲ ਮਨ ਸਾਨੂੰ ਦਿਖਦਾ ਨਹੀਂ ਹੈ ਉਹ ਸੂਖਮ ਹੈ, ਇਸੇ ਤਰੀਕੇ ਨਾਲ ਜਿਸ ਘਰ ਦੀ ਗੱਲ ਪਾਤਸ਼ਾਹ ਕਰ ਰਹੇ ਹੈ ਉਹ ਘਰ ਵੀ ਸੂਖਮ ਹੈ, ਉਹ ਵੀ ਦਿਖਦਾ ਨਹੀਂ ਹੈ। ਉਹ ਅਸੀਂ ਪਾਤਸ਼ਾਹ ਕਹਿੰਦੇ ਆ ਕਿ ਉਹ ਨੇਤਰ ਜਦੋਂ ਅਸੀਂ ਗਿਆਨ ਦਾ ਸੁਰਮਾ ਆਪਣੇ ਨੇਤਰਾਂ 'ਚ ਪਾਉਂਦੇ ਆ ਤੇ ਫਿਰ ਸਾਨੂੰ ਇਹ ਚੀਜ਼ਾਂ ਦੀ ਸੋਝੀ ਆਉਂਦੀ ਹੈ। ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਵਿਨਾਸ਼, ਜਦੋਂ ਗਿਆਨਤਾ ਦਾ ਹਨੇਰਾ ਦੂਰ ਹੋਏਗਾ, ਜਦੋਂ ਗਿਆਨ ਦਾ ਸੁਰਮਾ ਪਏਗਾ। ਹੁਣ ਪਾਤਸ਼ਾਹ ਇਹ ਸਮਝਾਉਂਦੇ ਆ ਕਿ ਉਹ ਘਰ ਜਿਹੜਾ ਹੈ ਉਹ ਸਾਡੇ ਮਨ ਦਾ ਘਰ ਹੈ, ਤੇ ਅਸੀਂ ਵੀ ਮਨ ਹੀ ਆ। ਜੇ ਸਰੀਰ ਸਾਡਾ ਬੇਗਾਨਾ ਹੈ ਤੇ ਇਹਦਾ ਮਤਲਬ ਇਹ ਹੈ ਕਿ ਅਸੀਂ ਮਨ ਆ, ਕਿਉਂਕਿ ਖੇਡ ਡਰਾਈਵਰ ਦੀ ਹੈ ਸਾਰੀ। ਗੱਡੀ ਤਾਂ ਅਸੀਂ ਛੱਡ ਕੇ ਇੱਥੇ ਚਲੀ ਜਾਣੀ ਹੈ ਸੰਸਾਰ ਦੇ ਵਿੱਚ, ਇਹ ਸਰੀਰ ਇੱਥੇ ਛੱਡ ਜਾਣਾ ਤੇ ਮਨ ਨੇ ਵਾਪਸ ਚਲੇ ਜਾਣਾ, ਤੇ ਮਨ ਹੀ ਇਹ ਉਸ ਘਰ ਦੇ ਵਿੱਚੋਂ ਇੱਥੇ ਆਇਆ, ਉਸ ਘਰ ਦੇ ਵਿੱਚੋਂ ਮਨ ਨਿਕਲ ਕੇ ਇਸ ਸੰਸਾਰ ਦੇ ਵਿੱਚ ਆਇਆ। ਇਹ ਸਰੀਰ ਇਹਨੂੰ ਬੇਗਾਨਾ ਮਿਲਿਆ ਤੇ ਅਸੀਂ ਸਾਰਾ ਕੰਮ ਸਰੀਰ ਦੇ ਲਈ ਕਰਦੇ ਹਾਂ, ਮਨ ਦਾ ਸਾਨੂੰ ਇੱਥੇ ਆ ਕੇ ਭੇਤ ਹੀ ਨਹੀਂ ਮਿਲਦਾ। ਬਾਣੀ ਸਾਨੂੰ ਭੇਤ ਦਿੰਦੀ ਹੈ, ਇਸ ਕਰਕੇ ਆਪਾਂ ਸਰੀਰ ਦਾ ਭੇਤ ਹੋਣ ਕਰਕੇ ਸਰੀਰ ਦਾ ਘਰ ਤੇ ਬਣਾ ਲਿਆ। ਪਰ ਪਾਤਸ਼ਾਹ ਕਹਿੰਦੇ ਮਨ ਦੇ ਘਰ ਦਾ ਤੈਨੂੰ ਫਿਕਰ ਹੀ ਭੁੱਲ ਗਿਆ। ਉਹ ਮਨ ਦਾ ਘਰ ਹੈ, ਉਹਦੇ ਸਤਿਗੁਰ ਪਾਤਸ਼ਾਹ ਨੇ ਵੱਖੋ ਵੱਖ ਨਾਮ ਦਿੱਤੇ ਆ। ਉਹਨੂੰ ਨਿਜ ਘਰ ਵੀ ਕਿਹਾ, ਉਹਨੂੰ ਚੌਥਾ ਪਦ ਵੀ ਕਿਹਾ। ਹੁਣ ਭਗਤ ਰਵਿਦਾਸ ਜੀ ਨੇ ਵੀ ਉਹਦਾ ਨਾਮ ਲਿਆ ਉਸ ਸ਼ਹਿਰ ਦਾ। ਭਗਤ ਰਵਿਦਾਸ ਜੀ ਕਹਿੰਦੇ ਆ ਮੇਰਾ ਘਰ ਵੀ ਉਹੀ ਹੈ,
ਕਹਿੰਦੇ ਉਹ ਸ਼ਹਿਰ ਦਾ ਨਾਂ ਹੈ ਬੇਗਮਪੁਰਾ। ਬੇਗਮਪੁਰਾ ਸ਼ਹਿਰ ਕੋ ਨਾਓ ਦੁਖ ਅੰਦੋਹੋ ਨਹੀਂ ਤਹਿ ਠਾਓ। ਕਹਿੰਦੇ ਉਹ ਜਿਸ ਘਰ ਦਾ ਮੈਂ ਵਾਸੀ ਹਾਂ ਉਸ ਘਰ ਦਾ ਨਾਂ ਬੇਗਮਪੁਰਾ। ਹੁਣ ਉਹਦੇ ਨਾਮ ਵੱਖਰੇ ਵੱਖਰੇ ਹੋ ਸਕਦੇ ਆ ਪਰ ਉਹ ਘਰ ਇੱਕ ਹੀ ਹੈ, ਇੱਕੋ ਘਰ ਹੈ, ਕਿਉਂਕਿ ਪਰਮਾਤਮਾ ਇੱਕ ਹੈ, ਮਾਲਕ ਇੱਕ ਹੈ, ਸਾਡਾ ਸਭ ਦਾ ਮਾਂ ਪਿਓ ਇੱਕ ਹੈ। ਤੇ ਜੇ ਪਿਓ ਇੱਕ ਹੈ ਤੇ ਪਿਓ ਦਾ ਘਰ ਵੀ ਇੱਕ ਹੀ ਹੈ, ਉਹੀ ਸਾਡਾ ਆਪਣਾ ਘਰ ਹੈ। ਮਨ ਜਿਹੜਾ ਪਰਮਾਤਮਾ ਦਾ ਬੱਚਾ ਹੈ, ਸਰੀਰ ਉਹਨੂੰ ਬਗਾਨਾ ਕੱਪੜਾ ਮਿਲਦਾ ਹੈ। ਸਰੀਰ ਦਾ ਘਰ ਅਸੀਂ ਸੰਸਾਰ 'ਚ ਬਣਾਉਂਦੇ ਹਾਂ, ਪਰ ਮਨ ਦਾ ਘਰ ਜਿਹੜਾ ਉਹੀ ਘਰ ਹੈ ਜਿਹੜਾ ਮਾਲਕ ਦਾ ਘਰ ਹੈ, ਉੱਥੇ ਮਾਲਕ ਵਸਦਾ ਹੈ। ਇਸ ਕਰਕੇ ਸਾਨੂੰ ਮਾਲਕ ਨੂੰ ਮਿਲਣ ਵਾਸਤੇ ਆਪਣੇ ਘਰ ਵਿੱਚ ਜਾ ਕੇ ਬਹਿਣਾ ਪੈਂਦਾ। ਕੌਣ ਬਹੇਗਾ? ਸੁਭਾਵਿਕ ਜੀ ਗੱਲ ਹੈ, ਸਰੀਰ ਨਹੀਂ ਬਹੇਗਾ, ਮਨ ਬਹੇਗਾ ਜਾ ਕੇ। ਹੁਣ ਸਰੀਰ ਦੇ ਘਰ ਜਿਹੜੇ ਉਹ ਵੱਖਰੇ ਵੱਖਰੇ ਹੋ ਸਕਦੇ ਆ, ਹਰ ਇੱਕ ਦਾ ਵੱਖਰਾ ਵੱਖਰਾ ਘਰ ਹੈ, ਪਰ ਮਨ ਦਾ ਘਰ ਜਿਹੜਾ ਸਾਡਾ ਆਪਣਾ ਅਸਲ ਘਰ ਜਿਹੜਾ ਹੈ, ਪਾਤਸ਼ਾਹ ਕਹਿੰਦੇ ਉਹ ਇੱਕ ਹੀ ਹੈ, ਉਹ ਇੱਕੋ ਹੀ ਹੈ ਤੇ ਸਦਾ ਇੱਕੋ ਰਹਿਣਾ ਹੈ। ਉਹ ਸਭ ਦਾ ਸਾਂਝਾ ਘਰ ਹੈ ਜਿੱਥੇ ਜਾ ਕੇ ਅਸੀਂ ਵਸਣਾ ਸਭ ਨੇ। ਹੁਣ ਪਾਤਸ਼ਾਹ ਨੇ ਬਾਣੀ ਦੇ ਵਿੱਚ ਉਸ ਘਰ ਨੂੰ ਮਹਿਲ ਵੀ ਕਿਹਾ। ਕਿਉਂ? ਕਿਉਂਕਿ ਅਸੀਂ ਮਾਲਕ ਦੇ ਜਨ ਹਾਂ। ਮਾਲਕ ਇਸ ਸੰਸਾਰ ਦਾ ਰਾਜਾ ਹੈ ਤੇ ਗੁਰੂ ਪਿਆਰਿਓ ਰਾਜੇ ਦਾ ਉਹ ਜਿਹੜਾ ਮਹਿਲ ਹੈ, ਤੇ ਮਨ ਵੀ ਸੁਭਾਵਿਕ ਜੀ ਗੱਲ ਹੈ, ਜੇ ਮਾਲਕ ਰਾਜਾ ਹੈ ਤੇ ਮਨ ਉਹਦਾ ਬੱਚਾ ਇਹ ਵੀ ਰਾਜਾ ਹੀ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਆ ਇਹ ਇਸ ਮਨ ਦਾ ਮਹਿਲ ਹੈ, ਜਿਹੜਾ ਅਸਲ ਘਰ ਹੈ ਇਸ ਮਨ ਦਾ ਮਹਿਲ ਹੈ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੌਰ ਨਾ ਹੋਈ ਗੋ ਫੇਰਾ। ਜਿਹੜਾ ਮਨ ਜਿਉਂਦੇ ਜੀ ਆਪਣੇ ਘਰ ਦੇ ਵਿੱਚ ਚਲਾ ਜਾਂਦਾ ਹੈ, ਪਾਤਸ਼ਾਹ ਕਹਿੰਦੇ ਆ ਉਹ ਜਨਮ ਮਰਨ ਦੇ ਗੇੜ ਚੋਂ ਮੁਕਤ ਹੋ ਜਾਂਦਾ ਹੈ। ਪਾਤਸ਼ਾਹ ਕਹਿੰਦੇ ਆ ਇਹ ਹੰਕਾਰੀ ਜੀਵ ਜਿਹੜਾ ਹੈ ਆਪਣੇ ਘਰ ਦੀ ਪਹਿਚਾਣ ਨਹੀਂ ਕਰ ਪਾਉਂਦਾ। ਮਨਮੁਖ ਹੰਕਾਰੀ ਮਹਿਲ ਨਾ ਜਾਣੈ, ਖਿਣ ਆਗੈ ਖਿਣ ਪਿਛੈ। ਸਦਾ ਬੁਲਾਈਏ ਮਹਿਲ ਨਾ ਆਵੇ, ਕਿਉਂ ਘਰ ਦਰਗਹਿ ਸੀਜੇ। ਪਾਤਸ਼ਾਹ ਕਹਿੰਦੇ ਆ ਇਹਨੂੰ ਆਪਣੇ ਮਹਿਲ ਦੀ ਸੋਝੀ ਨਹੀਂ ਹੈ, ਮਨ ਮੂਰਖ ਹੰਕਾਰੀ ਦਾ। ਪਾਤਸ਼ਾਹ ਕਹਿੰਦੇ ਇਹਨੂੰ ਸਦਾ ਬੁਲਾਉਂਦੇ ਆ ਤਾਂ ਵੀ ਇਹ ਮਹਿਲ ਵਿੱਚ ਨਹੀਂ ਆਉਂਦਾ, ਇਹਨੂੰ ਕਿਵੇਂ ਦਰਗਾਹ ਵਿੱਚ ਥਾਂ ਮਿਲੇਗੀ? ਕਿਵੇਂ ਮਾਲਕ ਬੁਲਾਉਂਦੇ ਆ? ਪਾਤਸ਼ਾਹ ਬਾਣੀ 'ਚ ਦੱਸਦੇ ਆ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਪਰਦੇਸੀ ਮਨ ਵਾਪਸ ਘਰ ਵਿੱਚ ਆ ਜਾ। ਇਹ ਤਰੀਕਾ ਹੈ। ਪਾਤਸ਼ਾਹ ਦੱਸਦੇ ਆ ਕਿ ਸਦਾ ਹੀ ਉਹ ਮਾਲਕ ਆਪਣੇ ਬੱਚੇ ਨੂੰ ਬੁਲਾਉਂਦਾ ਹੈ। ਉਸ ਘਰ ਨੂੰ ਜਿਹੜਾ ਸਾਡਾ ਆਪਣਾ ਘਰ ਹੈ ਉਹਨੂੰ ਬਾਣੀ ਦੇ ਵਿੱਚ ਸੁੰਨ ਵੀ ਕਿਹਾ। ਸੁੰਨ ਕੀ ਹੈ? ਜਿੱਥੇ ਮਾਲਕ ਵਸਦਾ ਹੈ। ਪਾਤਸ਼ਾਹ ਬਾਣੀ ਦੇ ਵਿੱਚ ਦੱਸਦੇ ਐ, ਸਤਿਗੁਰ ਤੇ ਪਾਏ ਵਿਚਾਰਾ ਸੁੰਨ ਸਮਾਦ ਸੱਚੇ ਘਰ ਬਾਰਾ। ਸੁੰਨ ਸਮਾਦ ਸੱਚਾ ਘਰ ਹੈ ਜਿੱਥੋਂ ਮਾਲਕ ਸਾਨੂੰ ਸਵਾਸ ਦਿੰਦਾ ਹੈ। ਮਾਲਕ ਵੀ ਉੱਥੇ ਸਮਾਧੀ ਲਾ ਕੇ ਬੈਠਾ ਸੁੰਨ ਦੇ ਵਿੱਚ, ਉਹੀ ਸਾਡਾ ਆਪਣਾ ਘਰ ਹੈ। ਜਦੋਂ ਅਸੀਂ ਗਿਆਨ ਦੇ ਦੁਆਰਾ ਉੱਤੇ ਧਿਆਨ ਲਾ ਕੇ ਬੈਠਾਂਗੇ ਤੇ ਇਹਦਾ ਮਤਲਬ ਇਹ ਹੈ ਕਿ ਮਨ ਸਾਡਾ ਆਪਣੇ ਘਰ ਵਿੱਚ ਚਲਾ ਜਾਂਦਾ ਹੈ, ਮਾਲਕ ਦੀ ਗੋਦ ਵਿੱਚ ਚਲਾ ਜਾਂਦਾ ਹੈ, ਆਪਣੇ ਘਰ ਦੇ ਵਿੱਚ ਚਲਾ ਜਾਂਦਾ ਹੈ, ਜਿੱਥੇ ਪਾਤਸ਼ਾਹ ਕਹਿੰਦੇ ਆਨੰਦ ਹੀ ਆਨੰਦ ਹੈ। ਭਗਤ ਕਬੀਰ ਸਾਹਿਬ ਵੀ ਕਹਿੰਦੇ ਅਸੀਂ ਵੀ ਉੱਥੇ ਸਮਾਧੀ ਲਾ ਕੇ ਬੈਠੇ ਹਾਂ। ਬਾਣੀ 'ਚ ਦੱਸਦੇ ਆ, ਸੁਨ ਗੁਫਾ ਮੈਂ ਆਸਨ ਬੈਸਨ ਕਲਪ ਵਿਵਰਜਤ ਪੰਥਾ। ਉਹਨੇ ਸਾਰਾ ਗਿਆਨ ਸਾਨੂੰ ਬਾਣੀ ਦੇ ਵਿੱਚ ਦਿੱਤਾ ਹੈ, ਪਰ ਗੁਰੂ ਪਿਆਰਿਓ ਸਾਨੂੰ ਸੋਝੀ ਨਹੀਂ ਆਉਂਦੀ, ਕਿਉਂਕਿ ਅਸੀਂ ਸੱਚੀ ਸੰਗਤ 'ਚ ਨਹੀਂ ਗਏ, ਜਿੱਥੇ ਜਾ ਕੇ ਸਾਨੂੰ ਆਪਣੇ ਆਪ ਦਾ ਭੇਤ ਮਿਲਦਾ ਹੈ। ਅਸੀਂ ਕਦੇ ਉਹ ਸੰਗਤ ਨਹੀਂ ਕੀਤੀ, ਕਦੇ ਗੁਰਮੁਖਾਂ ਦੀ ਸੰਗਤ ਨਹੀਂ ਕੀਤੀ, ਭਗਤਾਂ ਦੀ ਸੰਗਤ ਨਹੀਂ ਕੀਤੀ, ਇਸ ਕਰਕੇ ਸਾਨੂੰ ਗਿਆਨ ਨਹੀਂ ਮਿਲਦਾ ਤੇ ਬਾਣੀ ਨੂੰ ਕਦੇ ਅਸੀਂ ਵਿਚਾਰ ਕੇ ਨਹੀਂ ਪੜ੍ਹਦੇ। ਸੋ ਇਸ ਕਰਕੇ ਸਾਨੂੰ ਲੋੜ ਹੈ ਆਪਣੇ ਘਰ ਦੀ ਪਹਿਚਾਣ ਕਰਨ ਦੀ। ਤੇ ਪਾਤਸ਼ਾਹ ਕਹਿੰਦੇ ਆ ਅਸੀਂ ਮਰ ਕੇ ਉਹ ਘਰ ਦੇ ਵਿੱਚ ਜਾਂਦੇ ਆ, ਪਰ ਜਿਹੜਾ ਜੀਵ ਮਰ ਕੇ ਉਹ ਘਰ ਦੇ ਵਿੱਚ ਜਾਂਦਾ ਹੈ, ਪਾਤਸ਼ਾਹ ਕਹਿੰਦੇ ਆ ਉਹ ਫੇਲ ਹੋ ਜਾਂਦਾ ਹੈ, ਉਹ ਅਸਫਲ ਹੈ। ਸਾਨੂੰ ਕੀ ਤਰੀਕਾ ਦੱਸਿਆ? ਪਾਤਸ਼ਾਹ ਕਹਿੰਦੇ ਆ ਤੁਸੀਂ ਜਿਉਂਦਿਆਂ ਜੀ ਉਸ ਘਰ ਦੇ ਵਿੱਚ ਜਾਣਾ, ਇੱਕ ਵਾਰ ਉੱਥੇ ਆਪਣਾ ਟਿਕਾਣਾ ਬਣਾਉਣਾ। ਮਰ ਕੇ ਨਹੀਂ ਜਾਣਾ, ਮਰ ਕੇ ਤੇ ਸਾਰੇ ਜਾਂਦੇ ਆ, ਉਦੋਂ ਤੇ ਤੁਹਾਨੂੰ ਅਗਲਿਆਂ ਲੈ ਕੇ ਜਾਣਾ, ਅਸੀਂ ਆਪ ਨਹੀਂ ਜਾਂਦੇ, ਲੈ ਕੇ ਜਾਣਾ। ਪਾਤਸ਼ਾਹ ਕਹਿੰਦੇ ਤੁਸੀਂ ਆਪ ਜਾਓ, ਗਿਆਨ ਲੈ ਆਪ ਸੋਝੀ ਲੈ ਕੇ ਜਾਓ। ਇੱਕ ਉਹ ਆ ਜਿਹੜਾ ਸਾਨੂੰ ਲੈ ਕੇ ਜਾਂਦਾ ਹੈ, ਇੱਕ ਉਹ ਆ ਜਿਹੜਾ ਬੰਦਾ ਆਪ ਸਿੱਖ ਲੈਂਦਾ ਜਾਣਾ। ਸੋ ਇਹ ਪਾਤਸ਼ਾਹ ਸਾਨੂੰ ਕਹਿੰਦੇ ਆ ਕਿ ਜੇ ਤੂੰ ਆਪ ਚਲੇ ਜਾਏਗਾ ਤੇ ਤੂੰ ਮੁਕਤ ਹੋ ਜਾਏਗਾ, ਜੇ ਉਹ ਤੈਨੂੰ ਲੈਣ ਆਉਣਗੇ ਅਖੀਰ 'ਚ ਮਰ ਕੇ ਜਾਏਗਾ, ਫਿਰ ਤੈਨੂੰ ਜਨਮ ਮਰਨ ਦੇ ਗੇੜ 'ਚੋਂ ਕੋਈ ਬਚਾ ਨਹੀਂ ਸਕਦਾ। ਪਾਤਸ਼ਾਹ ਕਹਿੰਦੇ ਆ ਉਹ ਸਤਿਗੁਰ ਦੇ ਮਹਿਲ ਨੂੰ ਕੋਈ ਵਿਰਲਾ ਜੀਵ ਜਾਣ ਸਕਦਾ ਹੈ, ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਪਾਤਸ਼ਾਹ ਦੱਸਦੇ ਆ ਸਤਿਗੁਰ ਕਾ ਮਹਿਲ ਵਿਰਲਾ ਜਾਣੈ, ਸਦਾ ਰਹਿ ਕਰ ਜੋੜ, ਆਪਣੀ ਕਿਰਪਾ ਕਰੇ ਹਰ ਮੇਰਾ, ਨਾਨਕ ਲਏ ਬਹੋੜ। ਪਾਤਸ਼ਾਹ ਕਹਿੰਦੇ ਆ ਕੋਈ ਵਿਰਲਾ ਹੀ ਜਾਂਦਾ ਹੈ, ਹਰ ਕੋਈ ਨਹੀਂ ਜਾ ਸਕਦਾ ਜਿਹਦੇ ਤੇ ਕਿਰਪਾ ਕਰੇ। ਹੁਣ ਪਾਤਸ਼ਾਹ ਕਹਿੰਦੇ ਅਸੀਂ ਜਿਉਂਦਿਆਂ ਉਸ ਘਰ ਦੇ ਵਿੱਚ ਜਾਣਾ ਜਿੱਥੇ ਮਰ ਕੇ ਜਾਂਦੇ ਆ। ਪਾਤਸ਼ਾਹ ਸਮਝਾਉਂਦੇ ਆ ਅੰਤਰ ਕੀ ਗਤ ਜਾਣੀਐ, ਗੁਰ ਮਿਲੀਐ ਸ਼ੰਕੇ ਉਤਾਰ, ਮੋਇਆ ਜਿਤ ਘਰ ਜਾਈਏ ਤਿਤ ਜੀਵਦਿਆਂ ਮੁਰਮਾਰ। ਗੁਰ ਦੇ ਦੁਆਰਾ ਜਦੋਂ ਅਸੀਂ ਆਪਣੇ ਅੰਤਰ ਦੀ ਗਤ ਨੂੰ ਜਾਣ ਦਿੰਦੇ ਆ,
ਸਾਡੇ ਸ਼ੰਕੇ ਨਿਵਰਤ ਹੋ ਜਾਂਦੇ ਆ, ਸਾਨੂੰ ਸੋਝੀ ਪੈ ਜਾਂਦੀ ਹੈ, ਤੇ ਫਿਰ ਅਸੀਂ ਜਿਉਂਦੇ ਜੀ ਆਪਣੇ ਘਰ ਜਾ ਸਕਦੇ। ਕਿਉਂਕਿ ਜਿੰਨਾ ਚਿਰ ਤੱਕ ਸਾਡਾ ਭਰਮ ਨਹੀਂ ਦੂਰ ਹੁੰਦਾ, ਅਸੀਂ ਦੁਬਿਧਾ ਦੇ ਵਿੱਚ ਹਾਂ, ਉਹਨਾਂ ਚਿਰ ਤੱਕ ਅਸੀਂ ਆਪਣੇ ਘਰ ਦੀ ਪਹਿਚਾਣ ਨਹੀਂ ਕਰ ਸਕਦੇ, ਕਿਉਂਕਿ ਸਾਡੇ ਅੱਗੇ ਭਰਮ ਦਾ ਪਰਦਾ ਹੈ ਜੋ ਗੁਰ ਨੇ ਦੂਰ ਕਰਨਾ ਹੈ। ਪਾਤਸ਼ਾਹ ਸਾਨੂੰ ਦੱਸਦੇ ਹੈ ਕਿ ਕਿਵੇਂ ਅਸੀਂ ਘਰ ਜਾ ਸਕਦੇ ਹਾਂ, ਕਿਵੇਂ ਅਸੀਂ ਇੱਥੋਂ ਫਸੇ ਆ, ਸਾਡਾ ਮਨ ਇਹਨਾਂ ਤ੍ਰੈ ਗੁਣਾਂ ਦੇ ਵਿੱਚ ਫਸਦਾ ਹੈ, ਕਿਵੇਂ ਅਸੀਂ ਨਿਕਲ ਸਕਦੇ। ਕਿਉਂਕਿ ਅਸੀਂ ਕਹਿੰਦੇ ਸਾਡਾ ਮਨ ਨਹੀਂ ਟਿਕਦਾ। ਪਿਆਰਿਓ, ਬੰਦਾ ਆਪਣੇ ਘਰ 'ਚ ਟਿਕਦਾ, ਬਾਹਰ ਕਿਸੇ ਦਾ ਵੀ ਟਿਕਾ ਨਹੀਂ ਬਣਦਾ। ਹੁਣ ਸਾਡਾ ਮਨ ਆਪਣੇ ਘਰ ਦੀ ਪਹਿਚਾਣ ਹੀ ਨਹੀਂ ਕਰ ਪਾਇਆ, ਤੇ ਟਿਕਣਾ ਕਿੱਥੋਂ? ਬਗਾਨੇ ਘਰ 'ਚ ਕਿੰਨਾ ਕੁ ਚਿਰ ਟਿਕਦੇ? ਅਸੀਂ ਗਿਆਨ ਲਵਾਂਗੇ, ਪ੍ਰੈਕਟੀਕਲ ਕਰਾਂਗੇ, ਆਪਣੇ ਘਰ 'ਚ ਮਨ ਨੂੰ ਟਿਕਾਵਾਂਗੇ, ਤੇ ਆਪਣੇ ਆਪ ਹੀ ਟਿਕ ਜਾਏਗਾ। ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹਨੂੰ ਸੰਸਾਰ 'ਚ ਟਿਕਾਈਏ, ਸੰਸਾਰ 'ਚ ਇਹਦਾ ਟਿਕਾਣਾ ਕਿਤੇ ਵੀ ਨਹੀਂ ਹੈ। ਇਹਦਾ ਘਰ ਹੀ ਬੇਗਮਪੁਰਾ ਹੈ। ਵਰਲਡ ਦੇ ਮੈਪ ਵਿੱਚ ਬੇਗਮਪੁਰਾ ਸ਼ਹਿਰ ਕਿਤੇ ਹੈ ਹੀ ਨਹੀਂ, ਕਿਉਂਕਿ ਉਹ ਸੰਸਾਰ ਦੀ ਤ੍ਰੈ ਗੁਣੀ ਮਾਇਆ ਤੋਂ ਉੱਪਰ ਹੈ, ਉਹ ਚੌਥੇ ਪਦ ਦੀ ਗੱਲ ਕਰ ਰਹੇ। ਇਸ ਕਰਕੇ ਇਹ ਵਾਸਤੇ ਸਾਨੂੰ ਗਿਆਨ ਲੈਣਾ ਪੈਣਾ। ਜਦੋਂ ਅਸੀਂ ਕਹਾਂਗੇ ਨਾ ਕਿਵੇਂ ਕਮਾਵਾਂਗੇ, ਕਿਵੇਂ ਪਹੁੰਚਾਂਗੇ, ਇਹਦੇ ਵਾਸਤੇ ਸਾਨੂੰ ਗਿਆਨ ਦੀ ਲੋੜ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਆ ਕਿ ਇੱਕੋ ਇੱਕ ਤਰੀਕਾ ਹੈ, ਹੋਰ ਕੋਈ ਦੂਜਾ ਰਾਹ ਨਹੀਂ ਹੈ ਆਪਣੇ ਘਰ ਜਾਣ ਦਾ। ਪਾਤਸ਼ਾਹ ਕਹਿੰਦੇ ਆ, ਫਾਥੇ ਸੇਈ ਨਿਕਲੇ ਜੇ ਗੁਰ ਕੀ ਪੈਰੀ ਪਾਏ, ਕੋਈ ਰੱਖ ਨਾ ਸਕੇ ਦੂਜਾ ਕੋ ਨਾ ਦਿਖਾਏ। ਕਹਿੰਦੇ ਫਸੇ ਹੋਏ ਅਸੀਂ ਤਾਂ ਹੀ ਨਿਕਲ ਸਕਦੇ ਜੇ ਗੁਰ ਦੀ ਸ਼ਰਨ ਵਿੱਚ ਜਾਵਾਂਗੇ। ਕਿਉਂ? ਕਹਿੰਦੇ ਕੋਈ ਰੱਖ ਨਾ ਸਕੇ ਦੂਜਾ ਕੋ ਨਾ ਦਿਖਾਏ। ਕੋਈ ਹੋਰ ਰੱਖ ਹੀ ਨਹੀਂ ਸਕਦਾ, ਦੂਜਾ ਕੋਈ ਦਿਖਦਾ ਹੀ ਨਹੀਂ ਰਿਹਾ। ਗੁਰ ਗਿਆਨ ਦੇ ਦੁਆਰਾ ਹੀ ਅਸੀਂ ਮਨ ਨੂੰ ਘਰ ਲੈ ਕੇ ਜਾ ਸਕਦੇ ਹਾਂ। ਗਿਆਨ ਤੋਂ ਬਿਨਾਂ ਨਹੀਂ, ਆਪਣੀ ਮੱਤ ਨਾਲ ਨਹੀਂ ਜਾ ਸਕਦੇ, ਕਿਉਂਕਿ ਘਰ ਵੀ ਸਾਡਾ ਸਾਹਮਣੇ ਹੈ, ਬਿਲਕੁਲ ਨੇੜੇ ਆ ਸਾਡੇ। ਜੇ ਨੇੜੇ ਆ ਇਹਦਾ ਮਤਲਬ ਸਾਨੂੰ ਸੋਝੀ ਨਹੀਂ ਹੈ, ਫਿਰ ਸੋਝੀ ਲੈਣੀ ਪਏਗੀ, ਉਹ ਗਿਆਨ ਲੈਣਾ ਪਏਗਾ, ਫਿਰ ਅਸੀਂ ਆਪਣੇ ਘਰ ਚਲੇ ਜਾਵਾਂਗੇ। ਇਹ ਸੰਸਾਰਿਕ ਵਿਚਾਰਾਂ ਚੋਂ ਇਹਨੂੰ ਬਾਹਰ ਕੱਢ ਦਾਂਗੇ, ਨਹੀਂ ਤੇ ਇਹਦੇ ਵਿਚਾਰਾਂ ਦੇ ਵਿੱਚ ਹੀ ਇੱਥੇ ਸੜਦੇ ਰਹਿਣਾ, ਨਾ ਹੀ ਇਹਨੇ ਟਿਕਣਾ। ਸੋ ਟਿਕਾਉਣ ਦਾ ਤਰੀਕਾ ਸਾਨੂੰ ਬਾਣੀ ਦੇ ਵਿੱਚ ਦੱਸਿਆ, ਕਿਵੇਂ ਅਸੀਂ ਉਹ ਗਿਆਨ ਨੂੰ ਕਮਾ ਕੇ ਆਪਣੇ ਸੱਚੇ ਘਰ ਦੇ ਵਿੱਚ ਜਾ ਸਕਦੇ ਹਾਂ। ਇਸ ਕਰਕੇ ਪਿਆਰਿਓ, ਬੜੇ ਵੱਡੇ ਭਰਮ ਹੈ ਸਾਡੀ ਜ਼ਿੰਦਗੀ ਦੇ ਵਿੱਚ। ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ। ਕਿਵੇਂ ਉਹ ਭਰਮ ਦਾ ਪਰਦਾ ਮੇਰੀ ਜ਼ਿੰਦਗੀ 'ਚ ਦੂਰ ਹੋਵੇ, ਕਿਵੇਂ ਉਹ ਕੂੜ ਦੀ ਪਾਲ ਟੁੱਟੇ ਤੇ ਮੈਨੂੰ ਸੋਝੀ ਪ੍ਰਾਪਤ ਹੋਵੇ। ਮਾਲਕ ਵੀ ਸਾਹਮਣੇ ਹੈ, ਘਰ ਵੀ ਸਾਹਮਣੇ ਹੈ, ਨਾਮ ਵੀ ਸਾਹਮਣੇ ਹੈ, ਸਭ ਕੁਝ ਸਾਡੇ ਸਾਹਮਣੇ ਹੈ। ਸਿਰਫ ਇੱਕ ਭਰਮ ਹੈ ਸਾਡੇ ਵਿੱਚ। ਉਹ ਭਰਮ ਜਿੰਨਾ ਚਿਰ ਤੱਕ ਅਸੀਂ ਸੋਝੀ ਨਹੀਂ ਲੈਂਦੇ, ਉਹ ਦੂਰ ਨਹੀਂ ਹੋ ਸਕਦਾ। ਬਾਣੀ ਨੂੰ ਵਿਚਾਰਨਾ ਪਏਗਾ, ਬਾਣੀ ਨੂੰ ਮਾਲਕ ਆਪ ਕਿਰਪਾ ਕਰੇ ਤੇ ਅਸੀਂ ਸਮਝਣ ਜੋਗੇ ਹੁੰਦੇ ਹਾਂ। ਅਸੀਂ ਇਹ ਅਰਦਾਸ ਕਰੀਏ ਤੇ ਬੜੀ ਵੱਡੀ ਮਾਲਕ ਦੀ ਕਿਰਪਾ ਹੋਵੇ, ਤੇ ਜਿਸ ਗੁਰੂ ਦੇ ਕੋਲ ਅਸੀਂ ਰੋਜ਼ ਜਾ ਕੇ ਬੈਠਦੇ ਹਾਂ, ਉਹਨੂੰ ਵਿਚਾਰਨ ਜੋਗੇ ਹੋ ਜਾਂਦੇ ਹਾਂ। ਫਿਰ ਅਸੀਂ ਉਹ ਬਾਣੀ ਨੂੰ ਇਕੱਲਾ ਪੜ੍ਹਨ ਸੁਣਨ ਤੱਕ ਸੀਮਤ ਨਹੀਂ ਰਹਿੰਦੇ, ਅਸੀਂ ਫਿਰ ਉਹਦਾ ਪ੍ਰੈਕਟੀਕਲ ਕਰਦੇ ਹਾਂ। ਜੋ ਬਾਣੀ ਫਿਰ ਸਾਨੂੰ ਕਰਨ ਨੂੰ ਕਹਿੰਦੀ ਹੈ, ਫਿਰ ਅਸੀਂ ਉਹ ਜ਼ਿੰਦਗੀ ਵਿੱਚ ਕਮਾਉਂਦੇ ਹਾਂ, ਫਿਰ ਸਾਨੂੰ ਆਪਣੇ ਘਰ ਦੀ ਸੋਝੀ ਹੁੰਦੀ ਹੈ। ਸੋ ਮਾਲਕ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।